ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ, ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਸੱਚੇ ਪਾਤਸ਼ਾਹ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਸਾਨੂੰ ਕਹਿੰਦੇ ਹੈ ਕਿ ਆਨੰਦਪੁਰ ਸਾਹਿਬ ਸਾਡਾ ਪਿੰਡ ਹੈ, ਨਾਨਕੇ ਗੁਰੂ ਕੇ ਲਾਹੌਰ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਦਾਦੀ ਮਾਤਾ ਗੁਜਰ ਕੌਰ, ਦਾਦਾ ਗੁਰੂ ਤੇਗ ਬਹਾਦਰ। ਸੋ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਨੇ ਤੇ ਉਹਨਾਂ ਦਾ ਫਰਜ਼ ਹੈ ਸਾਡੀ ਰਾਖੀ ਕਰਨਾ। ਅੱਜ ਤੱਕ ਮਹਾਰਾਜ ਨੇ ਜਦੋਂ ਵੀ ਕਿਸੇ ਭਗਤ ਨੂੰ, ਗੁਰਸਿੱਖ ਨੂੰ ਭੀੜ ਪਈ ਤਾਂ ਮਹਾਰਾਜ ਨੇ ਹਮੇਸ਼ਾ ਹੀ ਰਾਖੀ ਕੀਤੀ। ਆਪਾਂ ਚੌਪਈ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ, 10ਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਚਲੋ ਅੱਗੇ ਵਧਦੇ ਹਾਂ ਆਪਾਂ। ਅੱਜ ਦੀ ਜੋ ਵਿਚਾਰ ਹੈ ਉਹ ਇਹ ਹੈ ਕਿ ਗੁਰੂ ਜੀ ਦੀ ਨਗਰੀ ਸ਼੍ਰੀ ਆਨੰਦਪੁਰ ਸਾਹਿਬ ਇੱਕ ਘਟਨਾ ਵਾਪਰੀ। ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਦਬਾ ਲਓ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਤਾਂ ਜੋ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਲਾਈਕ ਅਤੇ ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਓ। ਇਹ ਘਟਨਾ ਹੈ ਸ਼੍ਰੀ ਆਨੰਦਪੁਰ ਸਾਹਿਬ ਦੀ। ਉੱਥੋਂ ਦਾ ਇੱਕ ਰਹਿਣ ਵਾਲਾ ਨੌਜਵਾਨ ਜੋ ਕਿ ਪੁਲਿਸ ਦੇ ਵਿੱਚ ਇੱਕ ਕਰਮਚਾਰੀ ਸੀ, ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ। ਉਹਦੀ ਪੋਸਟ ਥਾਣੇਦਾਰ ਦੀ ਸੀ। ਇਹ ਜਿਹੜਾ ਜ਼ਿਕਰ ਹੈ ਇਹ ਭਾਈ ਪਰਮਜੀਤ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ, ਉਹਨਾਂ ਨੇ ਆਪਣੀ ਕਥਾ 'ਚ ਕੀਤਾ ਸੀ। ਕਹਿੰਦੇ ਜਦੋਂ ਮੈਂ ਉਹ ਥਾਣੇਦਾਰ ਨੂੰ ਮਿਲਿਆ ਨਾ, ਉਹ ਕਹਿੰਦੇ ਮੇਰੀ ਰੂਹ ਖੁਸ਼ ਹੋ ਗਈ ਉਹਨੂੰ ਦੇਖ ਕੇ, ਉਹਦੇ ਦਰਸ਼ਨ ਕਰਕੇ। ਤੇ ਭਾਈ ਸਾਹਿਬ ਨੇ ਉਹਨੂੰ ਇੱਕ ਗੱਲ ਕਹੀ, ਕਹਿਣ ਲੱਗੇ, ਤੇ ਹੋਇਆ ਕਿ ਸਾਧ ਸੰਗਤ ਜੀ, ਭਾਈ ਸਾਹਿਬ ਜੀ ਕਹਿੰਦੇ ਵੀ ਨੌਜਵਾਨਾ, ਇੱਕ ਤਾਂ ਪੁਲਿਸ ਮਹਿਕਮੇ ਵਿੱਚ, ਉੱਤੋਂ ਥਾਣੇਦਾਰ ਦੀ ਨੌਕਰੀ, ਉੱਤੋਂ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ, ਤੇਰੇ ਕੇਸ ਮੁਸ਼ਹਿਰੇ ਦੇਖ ਕੇ, ਦਾੜਾ ਦੇਖ ਕੇ ਬੜੀ ਖੁਸ਼ੀ ਹੋਈ, ਬਹੁਤ ਖੁਸ਼ੀ ਹੋਈ। ਗੁਰਸਿੱਖੀ ਵਾਲਾ ਜੀਵਨ, ਉਹ ਵੀ ਪੁਲਿਸ ਮਹਿਕਮੇ ਵਿੱਚ, ਬੜੀ ਖੁਸ਼ੀ ਹੋਈ ਤੈਨੂੰ ਦੇਖ ਕੇ। ਸੋ ਸਾਧ ਸੰਗਤ ਜੀ, ਮੈਨੂੰ ਇੱਥੋਂ ਇੱਕ ਗੱਲ ਯਾਦ ਆ ਗਈ ਇਤਿਹਾਸ ਦੇ ਵਿੱਚੋਂ। ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਸਿੰਘਾਂ ਨੂੰ ਮਿਲ ਰਹੇ ਸੀ ਤੇ ਇੱਕ ਸਿੰਘ ਬੜਾ ਸੋਹਣਾ ਸੀ, ਲੰਮਾ ਕੱਦ, ਗੋਰਾ ਰੰਗ, ਬੜਾ ਲੰਮਾ ਦਾੜਾ, ਭਰਮਾ ਦਾੜਾ, ਬੜਾ ਦਾੜਾ ਸੋਹਣਾ ਲੱਗ ਰਿਹਾ ਸੀ, ਮੁਸ਼ਹਿਰੇ, ਮੁੱਛਾਂ ਬੜੀਆਂ ਸੋਹਣੀਆਂ ਸੀ। ਮਹਾਰਾਜ ਕਹਿੰਦੇ ਵੀ ਆਹ ਗੁਰਸਿੱਖ ਬੜਾ ਸੋਹਣਾ ਹੈ, ਬੜੀ ਸੋਹਣੀ ਦਸਤਾਰ ਸਜਾਈ ਹੈ, ਬੜਾ ਸੋਹਣਾ ਬਾਣਾ ਪਾਇਆ, ਤੇਰੀ ਦਾੜੀ ਤੇ ਕੇਸ ਮੁਸ਼ਹਿਰੇ ਬੜੇ ਫੱਬ ਰਹੇ ਆ, ਸਿੰਘਾ ਬੜਾ ਸੋਹਣਾ ਲੱਗਦਾ। ਮਹਾਰਾਜ ਜੀ ਨੇ ਹੁਣ ਗੁਰੂ ਗੋਬਿੰਦ ਸਿੰਘ ਆਪ ਰੱਬ ਦਾ ਰੂਪ, ਉਹਨਾਂ ਨੇ ਤਾਰੀਫ ਕੀਤੀ ਤੇ ਉਹ ਸਿੰਘ ਬੜਾ ਖੁਸ਼ ਹੋਇਆ ਵੀ ਸੱਚੇ ਪਾਤਸ਼ਾਹ ਨੇ ਮੇਰੀ ਤਾਰੀਫ ਕੀਤੀ। ਸ਼ਾਮ ਨੂੰ ਆਪਣੇ ਕਮਰੇ ਵਿੱਚ ਗਿਆ, ਸ਼ੀਸ਼ਾ ਵੇਖਿਆ, ਸੌਂ ਗਿਆ। ਸੁਬਾਹ ਉੱਠਿਆ, ਜਦੋਂ ਤਿਆਰ ਹੋਣ ਲੱਗਿਆ, ਦਸਤਾਰ ਸਜਾਈ, ਦਾੜਾ ਸਾਫ਼ ਕੀਤਾ, ਕੰਘਾ ਫੇਰਿਆ, ਉਹਨੂੰ ਆਪਣੀ ਦਾੜੀ ਵਿੱਚ ਇੱਕ ਚਿੱਟਾ ਬਾਲ ਨਜ਼ਰ ਆਇਆ। ਵੇਖ ਕੇ ਕਹਿੰਦਾ, ਓਹੋ, ਮੇਰੀ ਤਾਂ ਦਾੜੀ ਸਾਰੀ ਕਾਲੀ ਆ, ਬੜਾ ਸੋਹਣਾ ਲੱਗ ਰਿਹਾ ਸੀ ਮੈਂ, ਤੇ ਆਹ ਚਿੱਟੇ ਬਾਲ ਨੇ ਤਾਂ ਕੰਮ ਗਾਲਤਾ ਤੇ ਉਹਨੇ ਚਿੱਟਾ ਬਾਲ ਪੱਟਤਾ। ਸੁਬਾਹ ਤਿਆਰ ਸ਼ਿਆਰ ਹੋ ਕੇ ਮਹਾਰਾਜ ਜੀ ਦੇ ਸਾਹਮਣੇ ਜਦੋਂ ਗਿਆ ਤੇ ਮਹਾਰਾਜ ਕਹਿੰਦੇ, ਸਿੰਘੋ ਆ ਗਿਆ ਮਸੰਦ, ਢਾਲੋ ਇਹਨੂੰ, ਗੁੱਦੜ ਕੁੱਟ ਕਰੋ ਇਹਦੀ ਚੰਗੀ ਤਰ੍ਹਾਂ, ਉਹਨੂੰ ਸਮਝਾਓ। ਕੁੱਟਿਆ ਉਹਨੂੰ ਚੰਗੀ ਤਰ੍ਹਾਂ। ਕੁੱਟ ਤੋਂ ਬਾਅਦ ਕਹਿੰਦੇ, ਸੱਚੇ ਪਾਤਸ਼ਾਹ ਮੇਰਾ ਕਸੂਰ ਕੀ ਹੈ? ਕੱਲ ਤਾਂ ਮਹਾਰਾਜ ਜੀ ਤੁਸੀਂ ਇੰਨੀਆਂ ਸਿਫਤਾਂ ਕੀਤੀਆਂ ਮੇਰੀਆਂ। ਮਹਾਰਾਜ, ਸੱਚੇ ਪਾਤਸ਼ਾਹ ਅੱਜ ਕੀ ਗੱਲ ਹੋ ਗਈ? ਮਹਾਰਾਜ ਕਹਿੰਦੇ, ਸਿੰਘਾ ਜਿਹੜਾ ਤੂੰ ਚਿੱਟਾ ਬਾਲ ਪੱਟਿਆ, ਰੂਮ ਦੀ ਬੇਅਦਬੀ ਕੀਤੀ ਹੈ ਨਾ, ਬਹੁਤ ਵੱਡਾ ਪਾਪ ਹੈ। ਉਹਦੇ ਕਰਕੇ ਸਾਨੂੰ ਤੂੰ ਸੋਹਣਾ ਲੱਗਿਆ ਸੀ, ਇੱਕ ਬਾਲ ਚਿੱਟਾ ਤੂੰ ਸਾਂਭ ਕੇ ਰੱਖਿਆ ਸੀ, ਉਹਦੇ ਕਰਕੇ ਸੋਹਣਾ ਲੱਗ ਰਿਹਾ ਸੀ। ਅੱਜ ਤੂੰ ਬੇਅਦਬੀ ਕੀਤੀ ਹੈ, ਤੂੰ ਸਜ਼ਾ ਦਾ ਪਾਤਰ ਹੈ। ਸੋ ਇਹ ਘਟਨਾ ਇਤਿਹਾਸ ਵਿੱਚ ਆਉਂਦੀ ਹੈ। ਆਓ ਸ਼ੁਰੂ ਕਰਦੇ ਹਾਂ। ਜਦੋਂ ਭਾਈ ਸਾਹਿਬ ਨੇ ਉਹਦੀ ਤਾਰੀਫ ਕੀਤੀ ਤੇ ਥਾਣੇਦਾਰ ਕਹਿਣ ਲੱਗਾ, ਜੀ ਮੈਂ ਤੁਹਾਨੂੰ ਦੱਸਦਾ ਆਪਦੀ ਸਾਰੀ ਹੱਡ ਬੀਤੀ। ਥਾਣੇਦਾਰ ਗੱਲਾਂ ਕਰਨ ਲੱਗ ਪਿਆ ਤੇ ਭਾਈ ਸਾਹਿਬ ਨੂੰ ਆਪਣੀ ਹੱਡ ਬੀਤੀ ਦੱਸਣ ਲੱਗ ਪਿਆ। ਉਹਨੇ ਆਪਣਾ ਪਿੰਡ ਦੱਸਿਆ ਵੀ ਮੇਰਾ ਪਿੰਡ ਬਕਾਲਾ ਦੇ ਕੋਲ ਹੈ। ਕਹਿੰਦਾ ਪਿੱਛੇ ਜੇ ਵੀ ਮੇਰੇ ਪਿਤਾ ਦੀ ਮੌਤ ਹੋ ਗਈ, ਉਹਨਾਂ ਦੀ ਡੈਥ ਹੋ ਗਈ ਸੀ ਚੜ੍ਹਾਈ ਕਰ ਗਏ, ਤੇ ਮੈਂ ਅੰਮ੍ਰਿਤ ਵੀ ਵੈਸੇ ਹੁਣ ਥੋੜਾ ਸਮਾਂ ਹੀ ਹੋਇਆ ਛਕੇ ਨੂੰ, ਕੋਈ ਬਹੁਤਾ ਸਮਾਂ ਨਹੀਂ ਹੋਇਆ। ਉਹ ਥਾਣੇਦਾਰ ਕਹਿਣ ਲੱਗਿਆ ਵੀ ਮੇਰੀਆਂ ਭੈਣਾਂ ਵੀ ਨੇ, ਪੜ੍ਹੀਆਂ ਲਿਖੀਆਂ ਨੇ, ਮੇਰੀ ਮਾਤਾ ਹੈ। ਕਹਿੰਦਾ ਇੱਕ ਦਿਨ ਅਚਨਚੇਤ ਮੇਰੀ ਮਾਤਾ ਕਹਿਣ ਲੱਗੀ, ਪੁੱਤਰਾ ਹੁਣ ਆਪਣਾ ਘਰ ਗੁਰਸਿੱਖਾਂ ਵਾਲਾ ਘਰ ਨਹੀਂ ਲੱਗਦਾ,
ਕਿਉਂ? ਜਦੋਂ ਤੇਰਾ ਪਿਓ ਹੁੰਦਾ ਸੀ ਘਰ 'ਚ ਤੇ ਪੱਗ ਬੰਨ੍ਹਦਾ ਸੀ, ਹੁਣ ਸਾਰੇ ਕੋਨੇ ਮੋਨੇ ਆ, ਹੁਣ ਕੋਈ ਪੱਗ ਬੰਨ੍ਹਦਾ ਹੀ ਨਹੀਂ, ਦਸਤਾਰ ਕੋਈ ਸਜਾਉਂਦਾ ਹੀ ਨਹੀਂ। ਤੇ ਮਾਂ ਕਹਿਣ ਲੱਗੀ, ਪੁੱਤਰਾ ਵੀ ਜਦੋਂ ਤੇਰੇ ਪਿਤਾ ਹੁੰਦੇ ਸੀ ਤੇ ਲੋਕ ਕਹਿੰਦੇ ਹੁੰਦੇ ਸੀ ਇਹ ਗੁਰਸਿੱਖਾਂ ਦਾ ਘਰ ਹੈ, ਹੁਣ ਤੇਰੀ ਪਿਤਾ ਦੀ ਮੌਤ ਤੋਂ ਬਾਅਦ ਤੂੰ ਵੀ ਕੇਸ ਕਤਲ ਕਰਵਾ ਰੱਖੇ ਹੈ, ਕੋਨਾ ਮੋਨਾ ਹੋਇਆ ਫਿਰਦਾ। ਹੁਣ 300 ਸਾਲਾ ਆ ਰਿਹਾ ਹੈ ਪੁੱਤਰਾ, ਮੇਰਾ ਜੀ ਕਰਦਾ ਹੈ ਕਿ ਮੈਂ 300 ਸਾਲੇ ਤੇ ਅੰਮ੍ਰਿਤ ਛਕ ਲਵਾਂ। ਤੇ ਉਹ ਥਾਣੇਦਾਰ ਕਹਿਣ ਲੱਗਿਆ, ਮਾਂ ਇਹ ਤਾਂ ਬਹੁਤ ਸੋਹਣੀ ਗੱਲ ਕੀਤੀ ਹੈ, ਚੰਗੀ ਗੱਲ ਕੀਤੀ ਹੈ, ਮਾਂ ਤੈਨੂੰ ਅੰਮ੍ਰਿਤ ਜ਼ਰੂਰ ਛਕਣਾ ਚਾਹੀਦਾ ਹੈ। ਮਾਂ ਕਹਿੰਦੀ, ਪੁੱਤਰਾ ਮੈਂ ਅੰਮ੍ਰਿਤ ਤਾਂ ਛਕ ਕੇ ਆ ਜਾਵਾਂਗੀ, ਪਰ ਜਦੋਂ ਮੈਂ ਅੰਮ੍ਰਿਤ ਛਕ ਕੇ ਆਵਾਂਗੀ ਤੇ ਲੋਕ ਕੀ ਕਹਿਣਗੇ? ਆਪ ਤਾਂ ਅੰਮ੍ਰਿਤ ਛਕ ਰੱਖਿਆ ਪਰ ਪੁੱਤਰ ਕੋਨਾ ਮੂਨਾ ਹੋਇਆ ਫਿਰਦਾ, ਕੁਰੈਤੀਆ ਹੋਇਆ ਫਿਰਦਾ। ਤੇ ਉਹਦੀ ਮਾਂ ਕਹਿਣ ਲੱਗੀ, ਪੁੱਤਰਾ ਫਿਰ ਐਂ ਕਰ, ਜੇ ਤੂੰ ਦਾੜੀ ਨਹੀਂ ਰੱਖ ਸਕਦਾ ਪੱਗ ਤਾਂ ਬੰਨ੍ਹ ਲਿਆ ਕਰ 6 ਮੀਟਰ ਦੀ ਪੇਚਾਂ ਵਾਲੀ, ਪੱਗ ਬੰਨ੍ਹ ਲਿਆ ਕਰ, ਕੇਰਾਂ ਜੂੜਾ ਰੱਖ ਲਾ, ਫਿਰ ਹੌਲੀ ਹੌਲੀ ਦਾੜੀ ਰੱਖ ਲਈ। ਕਹਿੰਦਾ ਵੀ ਮੈਂ ਸੋਚਿਆ ਮਾਂ ਹੈ, ਰੱਬ ਦਾ ਰੂਪ ਹੁੰਦੀ ਹੈ ਮਾਂ, ਵੀ ਮਾਂ ਦਾ ਬਚਨ ਮੰਨੀਏ, ਮਾਂ ਨੂੰ ਖੁਸ਼ ਕਰੀਏ। ਕਹਿੰਦਾ ਵੀ ਮੈਂ ਪੱਗ ਲਿਆਂਦੀ ਖਰੀਦ ਕੇ ਤੇ ਮੈਂ ਪੱਗ ਬੰਨਣੀ ਸ਼ੁਰੂ ਕਰਤੀ, ਮੈਂ ਜੂੜਾ ਰੱਖਣਾ ਵੀ ਸ਼ੁਰੂ ਕਰਤਾ। ਕਾਫੀ ਟਾਈਮ ਬੀਤਿਆ, ਕਹਿੰਦਾ ਹੌਲੀ ਹੌਲੀ ਮੇਰਾ ਮਨ ਬਦਲਣਾ ਸ਼ੁਰੂ ਹੋ ਗਿਆ ਆਪੇ ਹੀ, ਮੇਰੇ ਕੇਸ ਕਹਿੰਦਾ ਸਿਰ ਦੇ ਬਹੁਤ ਲੰਬੇ ਲੰਬੇ ਹੋ ਗਏ, ਪੱਗ ਮੈਂ ਸੋਹਣੀ ਬੰਨਣ ਲੱਗ ਗਿਆ। ਮੈਨੂੰ ਨਾਲ ਦੇ ਮੁਲਾਜ਼ਮ ਵੀ ਕਹਿਣ ਲੱਗੇ ਵੀ ਦਸਤਾਰ ਤੇਰੇ ਜੱਚਦੀ ਬਹੁਤ ਹੈ, ਸੋਹਣੀ ਬਹੁਤ ਲੱਗਦੀ ਹੈ, ਬਾਕੀ ਉਹ ਵੀ ਸਿਆਣਾ ਬਾਣਾ ਲੱਗਦਾ ਤੂੰ ਇਹਦੇ ਨਾਲ। ਕਹਿੰਦਾ ਹੌਲੀ ਹੌਲੀ ਮੇਰੀ ਦਾੜੀ ਵਧਣੀ ਸ਼ੁਰੂ ਹੋ ਗਈ, ਨਾਈ ਦੇ ਜਾਣ ਨੂੰ ਕਹਿੰਦਾ ਮੇਰਾ ਜੀ ਨਹੀਂ ਕੀਤਾ, ਦਾੜੀ ਮੇਰੀ ਵਧਣੀ ਸ਼ੁਰੂ ਹੋ ਗਈ, ਦਾੜੀ ਮੇਰੇ ਕਹਿੰਦਾ ਕਾਫੀ ਆ ਗਈ। ਤੇ ਹੋਇਆ ਕਿ ਸਾਧ ਸੰਗਤ ਜੀ, ਕਹਿੰਦਾ ਇੱਕ ਦਿਨ ਮੈਂ ਗਿਆ ਤੇ ਵਿੱਚ ਹੁਣ ਮੁਲਾਜ਼ਮ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਵਿੱਚ ਕਈ ਮੁਲਾਜ਼ਮ ਕਹਿਣ ਲੱਗੇ ਤੈਨੂੰ ਬਲੇਡ ਨਹੀਂ ਮਿਲਦਾ, ਤੈਨੂੰ ਨਾਈ ਨਹੀਂ ਮਿਲਦਾ, ਆਹ ਚੱਕ ਪੈਸੇ, ਜੇ ਤੇਰੇ ਕੋਲ ਪੈਸੇ ਹੈ ਨਹੀਂ, ਆਹ ਦਾੜੀ ਤਾਂ ਕਟਵਾਇਆ, ਕੀ ਚੱਥਰਾ ਜਿਹਾ ਰੱਖ ਰੱਖਿਆ ਹੈ। ਕਹਿੰਦਾ ਮੈਂ ਮਨ ਹੀ ਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਬਚਾ ਲਓ ਮਾੜੀ ਸੰਗਤ ਤੋਂ, ਮੈਨੂੰ ਡੁਲਾਉਣਾ ਚਾਹੁੰਦੇ ਆ, ਸੱਚੇ ਪਾਤਸ਼ਾਹ ਤੂੰ ਹੀ ਹੈ ਮੇਰਾ। ਉਹ ਕਹਿੰਦਾ ਵੀ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਰੋਜ਼ ਕਹਿਣਾ, ਓਏ ਬਲੇਟ ਨਹੀਂ ਮਿਲਦਾ, ਓਏ ਤੂੰ ਕਟਵਾ ਦੇ, ਦੌੜੀ ਤੁਰੇ ਭੈੜੀ ਲੱਗਦੀ ਐ। ਕਹਿੰਦਾ ਜਦੋਂ ਮੈਨੂੰ ਜ਼ਿਆਦਾ ਹੀ ਕਹਿਣ ਲੱਗੇ, ਕਹਿੰਦਾ ਜਦੋਂ ਮੈਨੂੰ ਜ਼ਿਆਦਾ ਹੀ ਤੰਗ ਕੀਤਾ ਤੇ ਮੈਂ ਆਖਿਆ ਨਾਈ ਦੀ ਦੁਕਾਨ ਵੱਲ ਤੁਰ ਪਿਆ, ਮੈਂ ਜਾ ਕੇ ਨਾਈ ਦੀ ਦੁਕਾਨ 'ਚ ਵੜ ਗਿਆ। ਜਦੋਂ ਕਹਿੰਦਾ ਮੈਂ ਦਾੜੀ ਕਟਵਾਉਣ ਵਾਸਤੇ ਨਾਈ ਦੀ ਦੁਕਾਨ 'ਚ ਵੜਿਆ, ਕਹਿੰਦਾ ਮੈਨੂੰ ਅੱਖਾਂ ਤੋਂ ਦਿਸਣੋਂ ਹਟ ਗਿਆ ਤੇ ਕਹਿੰਦਾ ਮੈਨੂੰ ਚੱਕਰ ਆਉਣ ਲੱਗ ਗਏ, ਮੈਂ ਭੱਜ ਕੇ ਬਾਹਰ ਆ ਗਿਆ, ਮੇਰਾ ਬੁਰਾ ਹਾਲ ਹੋ ਗਿਆ, ਮੈਨੂੰ ਚੱਕਰ ਆਉਣ। ਕਦੋਂ? ਕਹਿੰਦਾ ਮੈਂ ਨਾਈ ਦੀ ਦੁਕਾਨ ਤੋਂ ਬਾਹਰ ਆ ਗਿਆ ਤੇ ਜਦੋਂ ਨਾਈ ਦੀ ਦੁਕਾਨ ਤੋਂ ਦੂਰ ਹੋ ਗਿਆ ਤੇ ਮੈਂ 9x9 ਸਹੀ ਹੋ ਗਿਆ, ਮੈਨੂੰ ਦਿਖਣ ਵੀ ਲੱਗ ਗਿਆ ਤੇ ਮੈਨੂੰ ਐਂ ਲੱਗੇ ਵੀ ਮੈਨੂੰ ਤਾਂ ਕੁਝ ਹੋਇਆ ਹੀ ਨਹੀਂ ਸੀ, ਕੋਈ ਚੱਕਰ ਨਹੀਂ, ਕੋਈ ਤਕਲੀਫ ਨਹੀਂ, ਮੈਂ ਉਸੇ ਤਰ੍ਹਾਂ ਤੰਦਰੁਸਤ। ਉਹ ਕਹਿੰਦਾ ਵੀ ਮੈਨੂੰ ਐਂ ਵਹਿਮ ਜਾ ਹੋ ਗਿਆ, ਮੈਂ ਕਿਹਾ ਵੈਸੇ ਹੀ ਹੋ ਗਿਆ ਹੁਣ। ਕਹਿੰਦਾ ਮੈਂ ਦੁਬਾਰੇ ਫੇਰ ਕੁਰਸੀ ਤੇ ਬਹਿ ਗਿਆ ਜਾ ਕੇ ਅੰਦਰ ਨਾਈ ਦੀ ਦੁਕਾਨ ਤੇ, ਲੈ ਵੀ ਦਾੜੀ ਕੱਟ ਦੇ। ਕਹਿੰਦਾ ਜਦੋਂ ਮੈਂ ਕੁਰਸੀ ਤੇ ਬੈਠਾ ਫੇਰ ਮੈਨੂੰ ਦਿਸਣੋਂ ਹਟ ਗਿਆ, ਫੇਰ ਚੱਕਰ ਆਉਣ ਲੱਗ ਗਏ, ਬੁਰਾ ਹਾਲ। ਕਹਿੰਦਾ ਮੈਂ ਉੱਠ ਕੇ ਬਾਹਰ ਆ ਗਿਆ, ਜਦੋਂ ਕਹਿੰਦਾ ਦੁਕਾਨ ਤੋਂ ਬਾਹਰ ਆਇਆ ਮੈਂ ਕਹਿੰਦਾ ਫੇਰ ਸਹੀ ਹੋ ਗਿਆ। ਉਹ ਥਾਣੇਦਾਰ ਕਹਿਣ ਲੱਗਾ ਵੀ ਫਿਰ ਮੈਨੂੰ ਗੱਲ ਸਮਝ ਆ ਗਈ ਵੀ ਕਲਗੀਧਰ ਪਾਤਸ਼ਾਹ ਮੇਰੇ ਅੰਗ ਸੰਗ ਨੇ ਤੇ ਉਹ ਚਾਹੁੰਦੇ ਨੇ ਕਿ ਤੂੰ ਕੇਸ ਨਾ ਕਟਵਾ। ਸੋ ਇਸੇ ਲਈ ਗੁਰੂ ਗੋਬਿੰਦ ਸਿੰਘ ਤੇ ਮੈਨੂੰ ਵੀ ਬਹੁਤ ਭਰੋਸਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੇਰਾ ਵੀ ਪੂਰਾ ਸਾਥ ਦਿੱਤਾ। ਆਖਿਰਕਾਰ ਮੈਂ ਵਾਪਸ ਆ ਗਿਆ ਤੇ ਮੈਂ ਪੱਕਾ ਫੈਸਲਾ ਲਿਆ ਵੀ ਅੱਜ ਤੋਂ ਮੈਂ ਦਾੜੀ ਕੇਸ ਰੱਖਾਂਗਾ ਤੇ ਅੰਮ੍ਰਿਤ ਦੀ ਦਾਤ ਲਵਾਂਗਾ। ਮਹਾਰਾਜ ਨੇ ਮੇਰਾ ਪੂਰਾ ਸਾਥ ਦਿੱਤਾ ਤੇ ਉਦੋਂ ਮੈਨੂੰ ਡੋਲਣ ਨਹੀਂ ਦਿੱਤਾ ਤੇ ਆਪ ਹੀ ਕੌਤਕ ਵਰਤਾ ਕੇ, ਚਮਤਕਾਰ ਵਰਤਾ ਕੇ ਤੇ ਮੈਨੂੰ ਬਚਾ ਲਿਆ ਸੱਚੇ ਪਾਤਸ਼ਾਹ ਨੇ ਮੈਨੂੰ। ਸੋ ਸਾਧ ਸੰਗਤ ਜੀ, ਆਪਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰੀਏ। ਸੋ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬੱਚਿਆਂ ਦੀ ਰਾਖੀ ਹਮੇਸ਼ਾ ਕਰਦੇ ਆ। ਸੋ ਸਾਨੂੰ ਵੀ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਦੇ ਸਿੰਘ ਬਣਨਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਇਸੇ ਵਿੱਚ ਹੀ ਹੈ। ਜੇ ਚਾਹੁੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਸਾਡੇ ਤੋਂ ਖੁਸ਼ ਹੋਣ ਤਾਂ ਅੰਮ੍ਰਿਤ ਦੀ ਦਾਤ ਜ਼ਰੂਰ ਲਈਏ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।